ਮੈਂ ਤੁਹਾਡੇ ਲਈ ਕਾਨੂੰਨ ਦੀ ਜਾਣਕਾਰੀ ਲੈ ਕੇ ਆਉਂਦਾ ਹਾਂ। ਅੱਜ ਦੀ ਵੀਡੀਓ ਦੇ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜੋ ਰੀਸੈਂਟਲੀ ਫੈਸਲਾ ਕੀਤਾ ਹੈ, ਜਿਹਦੇ ਵਿੱਚ ਅਡਲਟਰੀ ਦਾ ਮੀਨਿੰਗ ਐਕਸਪਲੇਨ ਕੀਤਾ ਗਿਆ ਹੈ। ਪਤਨੀ ਵੱਲੋਂ ਜੋ ਖਰਚੇ ਦੀ ਦਰਖਾਸਤ ਦਿੱਤੀ ਗਈ ਸੀ, ਉਸ ਦੇ ਵਿੱਚ ਐਵੀਡੈਂਸ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਪਤੀ ਵੱਲੋਂ ਇੱਕ ਗਲਤੀ ਕੀਤੀ ਗਈ ਹੈ, ਜਿਸ ਬਾਰੇ ਮੈਂ ਅੱਜ ਤੁਹਾਡੇ ਨਾਲ ਚਰਚਾ ਕਰਾਂਗਾ। ਕਾਨੂੰਨ ਦੇ ਸਬੰਧ ਵਿੱਚ ਜਾਂ ਪ੍ਰੈਕਟੀਕਲੀ ਕੋਰਟਾਂ ਦੇ ਵਿੱਚ ਜੋ ਹੁੰਦਾ ਹੈ, ਉਸ ਦੇ ਸਬੰਧ ਵਿੱਚ ਜਾਣਕਾਰੀ ਦੇਣ ਦਾ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਤਾਂ ਜੋ ਤੁਸੀਂ ਜਿਹੜਾ ਹੈ ਆਪਣੇ ਪੈਸੇ ਦੀ ਔਰ ਵਕਤ ਦੀ ਬਰਬਾਦੀ ਤੋਂ ਬਚ ਸਕੋ। ਕੋਰਟ ਦੇ ਵਿੱਚ, ਕਚਹਿਰੀਆਂ ਦੇ ਵਿੱਚ, ਮੁਕੱਦਮਿਆਂ ਦੇ ਵਿੱਚ ਇਨਸਾਨ ਦਾ ਬਹੁਤ ਵਕਤ ਔਰ ਪੈਸਾ ਜਿਹੜਾ ਹੈ ਫਜ਼ੂਲ ਖਰਚ ਹੁੰਦਾ ਹੈ, ਬਰਬਾਦ ਹੁੰਦਾ ਹੈ। ਜਿਸ ਪੈਸੇ ਨੂੰ ਤੁਸੀਂ ਆਪਣੇ ਪਰਿਵਾਰ, ਆਪਣੇ ਵਾਸਤੇ ਵਰਤ ਸਕਦੇ ਸੀ, ਆਪਣੀ ਭਲਾਈ ਲਈ ਵਰਤ ਸਕਦੇ ਸੀਗੇ, ਉਸ ਪੈਸੇ ਨੂੰ ਬਰਬਾਦ ਹੋਣ ਤੋਂ ਜਿਹੜਾ ਹੈ ਤੁਸੀਂ ਬਚਾ ਸਕਦੇ। ਹਰ ਕੇਸ ਦੇ ਹਾਲਾਤ ਨੇ ਜੋ ਉਹ ਵੱਖਰੇ ਵੱਖਰੇ ਹੁੰਦੇ ਨੇ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਜੋ ਇੱਕ ਫੈਸਲਾ ਕੀਤਾ ਜਾਂਦਾ ਹੈ ਜਾਂ ਕੋਈ ਗੱਲ ਦੱਸੀ ਜਾਂਦੀ ਹੈ ਉਹ ਹਰ ਕੇਸ ਦੇ ਵਿੱਚ, ਹਰ ਮੁਕੱਦਮੇ ਦੇ ਵਿੱਚ ਲਾਗੂ ਹੋਵੇ। ਇਸ ਕਰਕੇ ਅਗਰ ਕੋਈ ਤੁਹਾਡੇ ਨਾਲ ਇਸ ਕੇਸ ਦੇ ਸੰਬੰਧਿਤ ਤੁਹਾਡੇ ਫੈਕਟਸ ਲੱਗਦੇ ਹਨ ਤਾਂ ਤੁਸੀਂ ਇਸ ਜੱਜਮੈਂਟ ਦਾ ਜਿਹੜਾ ਹੈ ਫਾਇਦਾ ਉਠਾ ਸਕਦੇ ਹੋ। ਅਤੇ ਅਗਰ ਤੁਹਾਡੀ ਕੋਈ ਸਵਾਲ ਹੈ, ਅਗਰ ਤੁਹਾਡੇ ਹਾਲਾਤਾਂ ਦੇ ਵਿੱਚ ਤੁਹਾਨੂੰ ਇਹ ਨਹੀਂ ਪਤਾ ਅੱਗੇ ਕੀ ਕੀਤਾ ਜਾਵੇ, ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਪ੍ਰਸ਼ਨ ਲਿਖ ਕੇ ਭੇਜ ਸਕਦੇ ਹੋ। ਉਹਨਾਂ ਦਾ ਮੈਂ ਤੁਹਾਨੂੰ ਜਵਾਬ ਜ਼ਰੂਰ। ਕਈ ਹਾਲਾਤਾਂ ਦੇ ਵਿੱਚ ਜਿਹੜੀ ਹੈ ਕਾਰਵਾਈ ਕਰਨ ਨਾਲ ਇਨਸਾਨ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਉਹ ਕਾਰਵਾਈ ਨਹੀਂ ਕਰਨੀ ਚਾਹੀਦੀ। ਕਈਆਂ ਵਾਰੀ ਅਗਰ ਕੋਈ ਇਨਸਾਨ ਕਾਰਵਾਈ ਲੇਟ ਕਰਦਾ ਹੈ ਜਾਂ ਉਹ ਕਾਰਵਾਈ ਕਰਨੀ ਹੁੰਦੀ ਹੈ, ਉਸ 'ਤੇ ਉਹ ਫੈਸਲਾ ਨਹੀਂ ਕਰਦਾ ਹੈ, ਤਾਂ ਉਸ ਨੂੰ ਦੇਰੀ ਨਾਲ ਕਾਰਵਾਈ ਕਰਨ ਦਾ ਵੀ ਨੁਕਸਾਨ ਹੋ ਸਕਦਾ ਹੈ। ਕਦੇ ਵੀ ਜਿਹੜੇ ਤੁਹਾਡੇ ਆਪਣੇ ਹਾਲਾਤ ਨੇ, ਉਹਨਾਂ ਨੂੰ ਹਾਲਾਤਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਕਿਸੇ ਤਜਰਬੇਕਾਰ ਵਕੀਲ ਤੋਂ ਜਾਂ ਆਦਮੀ ਤੋਂ ਜ਼ਰੂਰ ਇਸ ਗੱਲ ਦੀ ਰਾਏ ਲੈ ਲਓ ਜਾਂ ਆਪਣੇ ਆਪ ਨਾਲ ਸੋਚ ਲਓ ਕਿ ਤੁਸੀਂ ਹੁਣ ਅੱਗੇ ਕੀ ਕਰਨਾ ਹੈ। ਇਹ ਤੁਸੀਂ ਦੇਖਣਾ ਹੈ, ਡਿਸਾਈਡ ਕਰਨਾ ਹੈ। ਅੱਛੇ ਵਕੀਲ ਨਾਲ ਸਲਾਹ ਕਰਕੇ ਇਸ ਪੁਆਇੰਟ 'ਤੇ ਤੁਸੀਂ ਡਿਸਾਈਡ ਕਰਨਾ ਹੈ ਵੀ ਹੁਣ ਸਾਨੂੰ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਚਾਹੀਦਾ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਸ ਮੁਕੱਦਮੇ ਵਿੱਚ, ਜਿਸ ਜੱਜਮੈਂਟ ਦੇ ਵਿੱਚ ਅਡਲਟਰੀ ਦਾ ਮੀਨਿੰਗ ਐਕਸਪਲੇਨ ਕੀਤਾ ਹੈ ਤੇ ਉਸ ਕੇਸ ਦੇ ਵਿੱਚ ਪਤੀ ਵੱਲੋਂ ਜੋ ਗਲਤੀ ਕੀਤੀ ਗਈ ਹੈ, ਉਸ ਕੇਸ ਦੇ ਹਾਲਾਤ ਮੈਂ ਤੁਹਾਡੇ ਨਾਲ ਹੁਣ ਜ਼ਿਕਰ ਕਰਦਾ ਹਾਂ। ਇਸ ਕੇਸ ਵਿੱਚ ਪਤਨੀ ਨੇ ਆਪਣੇ ਵਾਸਤੇ ਅਤੇ 3 ਬੱਚਿਆਂ ਵਾਸਤੇ, ਉਸ ਪਤਨੀ ਦੇ 3 ਬੱਚੇ ਸਨ, ਉਹਨਾਂ ਬੱਚਿਆਂ ਦੀ ਖਾਤਰ ਉਸਨੇ ਧਾਰਾ 125 CRPC ਤਹਿਤ ਮੇਨਟੇਨੈਂਸ ਦਾ ਜਿਹੜਾ ਹੈਗਾ ਕੇਸ ਫਾਈਲ ਕੀਤਾ। ਉਸ ਕੇਸ ਦੇ ਵਿੱਚ ਪਤਨੀ ਨੇ ਜੋ ਕਿਹਾ, ਉਹਦੇ ਵਿੱਚ ਕਿਹਾ ਕਿ ਉਸ ਦੀ ਜਿਹੜੀ ਸ਼ਾਦੀ ਸੀ ਉਹ 29/4/2004 ਨੂੰ ਹੋਈ ਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਮੇਨਟੇਨ ਕਰਨ ਤੋਂ ਰਿਫਿਊਜ਼ ਕਰ ਦਿੱਤਾ, ਖਰਚਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਮੇਨਟੇਨ ਨਹੀਂ ਕਰਦਾ ਅਤੇ ਉਸ ਨੂੰ ਨੈਗਲੈਕਟ ਕਰਦਾ ਹੈ। ਇਸ ਕਰਕੇ ਜਿਹੜਾ ਹੈ ਪਤਨੀ ਨੇ ਜਿਹੜਾ ਖਰਚੇ ਦਾ ਕੇਸ ਦਾਇਰ ਕੀਤਾ। ਇਸ ਕੇਸ ਦੇ ਦਾਇਰ ਕਰਨ ਤੋਂ ਬਾਅਦ ਪਤੀ ਉਸ ਕੇਸ ਦੇ ਵਿੱਚ ਹਾਜ਼ਰ ਹੋਇਆ। ਉਸਨੇ ਆਪਣੇ ਜਵਾਬ ਦੇ ਵਿੱਚ ਲਿਖਿਆ ਕਿ ਉਸ ਦੀ ਜਿਹੜੀ ਪਤਨੀ ਹੈ ਉਹ ਅਡਲਟਰੀ ਵਿੱਚ ਰਹਿ ਰਹੀ ਹੈ ਅਤੇ ਉਸਨੇ ਆਪਣੇ ਬੱਚੇ ਹੋਣ ਤੋਂ ਵੀ ਇਨਕਾਰ ਕਰ ਦਿੱਤਾ। ਉਸਨੇ ਕਿਹਾ ਇਹ ਬੱਚੇ ਵੀ ਉਸਦੇ ਨਹੀਂ ਹਨ। ਪਤੀ ਨੇ ਆਪਣੇ ਜਵਾਬ ਦੇ ਵਿੱਚ ਇੱਕ ਰਾਈਟਿੰਗ ਮਿਤੀ 19/5/2005 ਦਾ ਵੀ ਜ਼ਿਕਰ ਕੀਤਾ, ਉਸ ਦੇ ਵਿੱਚ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਉਸ ਦੀ ਪਤਨੀ ਨੇ ਇਹ ਐਡਮਿਟ ਕੀਤਾ ਹੈ ਜੋ ਉਸ ਦੇ ਪੇਟ ਵਿੱਚ ਬੱਚਾ ਹੈ ਉਹ ਉਸ ਦਾ ਨਹੀਂ ਹੈ ਅਤੇ ਉਹ ਜਿਹੜੀ ਪਤਨੀ ਹੈ ਉਹ ਅਡਲਟਰੀ ਦੇ ਵਿੱਚ ਰਹਿ ਰਹੀ ਹੈ। ਜਿਹੜੀ ਪਤਨੀ ਨੇ ਖਰਚੇ ਦੀ ਦਰਖਾਸਤ ਦਾਇਰ ਕੀਤੀ ਸੀ ਉਹ ਮਿਤੀ 6 ਜੁਲਾਈ 2017 ਨੂੰ ਦਾਇਰ ਕੀਤੀ ਸੀ। ਉਸ ਦੇ ਵਿੱਚ ਪਤਨੀ ਦਾ ਜਿਹੜਾ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ, 2 ਤਰੀਕਾਂ 'ਤੇ ਉਸ ਦਾ ਕ੍ਰਾਸ ਐਗਜ਼ਾਮੀਨੇਸ਼ਨ ਹੋਇਆ। ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਪਤੀ ਦੇ ਵਕੀਲ ਨੇ ਇਹ ਵੀ ਪੁੱਟ ਕੀਤਾ ਕਿ ਵੀ ਇਹ ਰਾਈਟਿੰਗ ਜਿਹੜੀ ਹੈ ਤੁਸੀਂ ਲਿਖ ਕੇ ਦਿੱਤੀ ਹੋਈ ਹੈ, ਪਰੰਤੂ ਪਤਨੀ ਨੇ ਉਹ ਰਾਈਟਿੰਗ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸਨੇ ਸਾਫ਼ ਜਵਾਬ ਦਿੱਤਾ ਕਿ ਇਹ ਰਾਈਟਿੰਗ ਉਸ ਦੀ ਨਹੀਂ ਹੈ।
इस केस दे विच ਜਿਹੜੀਆਂ ਤਾਰੀਖਸ ਨੇ ਡੇਟਸ ਨੇ ਉਹ ਜਿਹੜੀਆਂ ਬਹੁਤ ਮਹੱਤਵਪੂਰਨ ਨੇ। ਇਹਨਾਂ ਦੀ ਜਿਹੜੀ ਸ਼ਾਦੀ ਹੋਈ ਸੀ 29/4/2004 ਨੂੰ ਹੋਈ ਸੀ ਅਤੇ ਪਤਨੀ ਨੇ ਜੋ ਕੇਸ ਦਾਇਰ ਕੀਤਾ ਸੀ ਉਹ 6 ਜੁਲਾਈ 2017 ਨੂੰ ਦਾਇਰ ਕੀਤਾ ਸੀ। ਇਹ ਕੇਸ ਦਾਇਰ ਕਰਨ ਤੋਂ 2.5 ਸਾਲ ਪਹਿਲਾਂ ਵੀ ਉਹਨਾਂ ਦੇ ਇੱਕ ਬੱਚਾ ਪੈਦਾ ਹੋਇਆ ਸੀ। ਇਹ ਜੋ ਰਾਈਟਿੰਗ ਮਿਤੀ 19/5/2005 ਨੂੰ ਹੋਈ ਸੀ उस राइटिंग होने के बावजूद भी दोनों पति पत्नी इकट्ठे रहते रहे अते उन्हां दे विचों उन्हां दे 3 बच्चे होए। इस केस दे विच पत्नी दा एविडेंस जदों क्लोज हो गया, पति दा एविडेंस भी जदों क्लोज हो गया, उस तो बाद पति वालों एक अर्जी लाई गई एडिशनल एविडेंस वास्ते कि वो जिहड़ी राइटिंग है 19/5/2005 दी उस राइटिंग नूं जिहड़ा है पति साबित करना चाहता है। लेकिन फैमिली कोर्ट ने यदी जिहड़ी वो दरखास्त सी वो जिहड़ी खारिज कर दी। इस ऑर्डर के खिलाफ जिस राही पति की एडिशनल एविडेंस की दरखास्त खारिज की गई सी, पति ने मानयोग पंजाब एंड हरियाणा हाई कोर्ट दे विच जिहड़ा हैगा अपील दायर की। उस अपील दे विच जिहड़ा हाई कोर्ट ने जिहड़ियां ऑब्जरवेशन दित्तियां वो जिहड़ियां ऑब्जरवेशनस ने वो बड़ियां महत्वपूर्ण ने। जिहड़ी सारिਆਂ नालों पहली महत्वपूर्ण ऑब्जरवेशन मानयोग पंजाब एंड हरियाणा हाई कोर्ट ने की वो यह की कि जदों पति ने एडिशनल एविडेंस वास्ते दरखास्त लाई तो ये राइटिंग उहदी ऑलरेडी उहदे नॉलेज दे विच सी, उसनूं इस राइटिंग का पता सी। जदों उसका एविडेंस चलता रहा उसने 2 साल का वक्त इस दे विच लगा दिता, परंतु उसने उदों अपना यह एविडेंस डॉकूमेंट एक्सपर्ट का क्यों नहीं करवाया। एक तो यह जिहड़ी है महत्वपूर्ण ऑब्जरवेशन दी। जदों केस चलता सी उस वेले पति ने जिहड़ी गलती की सी वो ये गलती की सी जदों उसनूं बयान उहदे बयान चल रहे सन, बयानां दा मौका मिलिया होया सी तां जिहड़ा है पति ने उस वेले अपना डॉकूमेंट एक्सपर्ट का बयान क्यों नहीं करवाया। वो क्यों 2 साल का इंतजार करता रहा। अते मानयोग पंजाब एंड हरियाणा हाई कोर्ट ने यह भी कहा कि अगर एविडेंस के विच कोई लैकूना रह जाता है तो उस लैकूना नूं फिल करने वास्ते कोई दरखास्त या एडिशनल एविडेंस जिहड़ा है अलाउ नहीं किया जा सकता। इस केस दे विच पति ने जो की डिले की गलती की कि जदों उस कोल एविडेंस कराने का मौका सी उस वेले उसने वो एविडेंस जिहड़ा है नहीं करवाया अते जदों बाद चो एविडेंस एडिशनल एविडेंस वास्ते दरखास्त दी तां जिहड़ा है फैमिली कोर्ट ने वो दरखास्त खारिज कर दी अते जदों उसकी अपील के खिलाफ अपील की तां मानयोग पंजाब एंड हरियाणा हाई कोर्ट ने भी उसकी अपील खारिज कर। इस केस दे विच मानयोग पंजाब एंड हरियाणा हाई कोर्ट ने यह भी कहा कि अगर पत्नी तो कोई इक्का दुक्का गलती हो जाती है या कदे किते इसदा इस तरह का उस तो गलती हो जाती है तो उसनूं अडल्टरी विच नहीं मन्निया जाता है। अडल्टरी उसनूं मन्निया जाएगा जदों पत्नी ने अपनी खर्चे वास्ते दरखास्त दी है, उस वक्त भी वो अडल्टरी विच रह रही सी अते दरखास्त देण तो बाद भी वो अडल्टरी दे विच रह रही है। इस जिहड़ी गल नूं साबित है वो पति ने करना हुंदा है। जिहड़ा मानयोग पंजाब एंड हरियाणा हाई कोर्ट ने यह फैसला दिता उहदे विच यह कहा कि यह जिहड़ा एक्ट है ये कंटीन्यूस होना चाहिए है। कोई इक्का दुक्का अगर यह जे हालात पैदा हो जाते हैं पत्नी तो अगर 1-2 बारी कोई इदां दी गलती हो जाती है तो उसनूं अडल्टरी नहीं मन्निया जाएगा। इस तो इलावा जिहड़ा यह वाक़ा सीगा जिहड़ी ये दरखास्त दी सी ये सीगी 19/5/2005 तो पहलां दी जदों पत्नी ने इस गल का एडमिट किया कि उस कोलों गलती हुई है। लेकिन उस तो बाद भी 2017 तो अर्जी देण तो पहला दोनों पति पत्नी जिहड़े है इकट्ठे रहंदे रहे अते उन्हां तो 3 बच्चे भी पैदा होए। इसका मतलब ये है पति ने पत्नी का अपना जिहड़ा पुराना एक्ट सी उसनूं कंडोन कर दिता। इस दे विच ये भी फैसला किया गया अगर पति उस लिखत नूं अगर साबित भी कर दिंदा है ईवन दैन जिहड़ा है वो सफिशेंट नहीं है कि पत्नी नूं मेनटेनेंस जिहड़ा है ना दिता जाए। कानून ये भली प्रकार कहता है, कानून दे विच बहुत सारे फैसले आए होन जिहदे विच अगर कोई किसी दी पत्नी अडल्टरी विच रहिंदी है और एक कंटीन्यूस एस्पैक्ट होना चाहिए है। जिहड़ा कोई इक्का दुक्का इदां दी कोई अणगहली पत्नी वल्लों हो जाती है उसनूं जिहड़ी है कोर्ट अडल्टरी नहीं मनदी। जिस जजमेंट बारे अज मैंने
ਜ਼ਿਕਰ ਕੀਤਾ ਹੈ ਇਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜੱਜਮੈਂਟ ਹੈ, ਜਿਸ ਦੀ ਡਿਟੇਲਸ ਮੈंने ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤੀ ਹੈ। ਅਗਰ ਤੁਸੀਂ ਇਸ ਨੂੰ ਪੜ੍ਹਨਾ ਚਾਹੋ ਜਾਂ ਇਸ ਦਾ ਕੋਈ ਫਾਇਦਾ ਉਠਾਉਣਾ ਚਾਹੋ, ਅਗਰ ਤੁਹਾਡੇ ਹਾਲਾਤ ਇਸ ਹਾਲਾਤ ਦੇ ਨਾਲ ਮਿਲਦੇ ਜੁਲਦੇ ਹਨ ਤਾਂ ਤੁਸੀਂ ਇਸ ਜੱਜਮੈਂਟ ਦਾ ਜ਼ਰੂਰ ਫਾਇਦਾ ਉਠਾ ਸਕਦੇ ਹੋ। ਤੁਸੀਂ ਉਸ ਦੀ ਡਿਟੇਲ ਮੇਰੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਲੈ ਸਕਦੇ ਹੋ।